ਲੈ ਵੀ ਇਹ ਗੱਲ ਸੁਣਨੇ ਦੇ ਵਿੱਚ ਆਈ ਹੈ ਕਿ ਯੂਰਪ ਦੇ ਵਿੱਚ ਅਗਰ ਅੰਗਰੇਜ਼ਾਂ ਦਾ ਕੁੱਤਾ ਵੀ ਮਰਦਾ ਪਿਆ ਹੋਵੇ ਨਾ ਤੇ ਉਹਦੇ ਤੇ ਅਰਬਾਂ ਡਾਲਰ ਵੀ ਉਹਨੂੰ ਤੇ ਖਰਚ ਕਰਨੇ ਪੈਣ ਨਾ ਤੇ ਗੌਰਮੈਂਟ ਜਿਹੜੀ ਹੈਗੀ ਉਹ ਤੇ ਅਰਬਾਂ ਡਾਲਰ ਲਾ ਕੇ ਤੇ ਉਸ ਕੁੱਤੇ ਨੂੰ ਵੀ ਬਚਾਉਣਾ ਗਵਾਰਾ ਕਰਦੀ ਹੈ। ਇਨਸਾਨ ਦੀ ਤਾਂ ਫਿਰ ਉੱਥੇ ਕੀ ਵੈਲਿਊ ਹੋਣੀ ਹੈ। ਇਹ ਕੁਝ ਲੋਕ ਸੀਗੇ ਵਿਚਾਰੇ ਜਿਨ੍ਹਾਂ ਦੀ ਬੱਚੀ ਬਿਮਾਰ ਸੀਗੀ। कुछ अरसे तो ये अपील कर रहा सी, गौरमेंट को भी इन्होंने अपील की, लोगों को भी इन्होंने अपील की भी साडा शौकत खानम दे विच साडी एंट्री नहीं की जा रही हैगी। हालांकि शौकत खानम हस्पताल जिहड़ा हैगा वो गरीबां दे इलाज वास्ते बनाया गया सी। जदों ये बनदा पिया सी मैनूं चंगी भली सूरत है कि उस वेले मैं देखिया कि बहुत सारिया औरतां ने अपने जिहड़े गलां दे जिहड़े जेवरात भी उतार के इस हस्पताल दे बनाउण दे वास्ते फंडिंग की सी। बहुत सारे लोगों ने अपनी जगह जायदाद बेच के इस वास्ते फंडिंग की सी कि इस मुल्क दे विच कैंसर ਦਾ ਜਿਹੜਾ ਇਲਾਜ ਆ ਗਰੀਬਾਂ ਦਾ ਫ੍ਰੀ ਹੋ ਸਕੇ। ਲੇਕਿਨ ਅੱਜ ਦੇ ਦੌਰ ਦੇ ਵਿੱਚ ਸਭ ਤੋਂ ਮਹਿੰਗਾ ਤਰੀਨ ਇਲਾਜ ਹੈਗਾ ਨਾ ਤੇ ਉਹ ਸ਼ੌਕਤ ਖਾਨਮ ਹਸਪਤਾਲ ਦਾ ਹੈ। ਇੱਥੇ ਛੋਟੀ ਤੋਂ ਛੋਟੀ ਜਿਹੜੀ ਰਿਪੋਰਟ ਆ ਨਾ, ਅਗਰ ਕੋਈ ਗਰੀਬ ਆਦਮੀ ਪੈਨਾਡਾਲ ਦੀ ਗੋਲੀ ਵੀ ਨਹੀਂ ਲੈ ਸਕਦਾ ਨਾ, ਉਹਦੇ ਵਾਸਤੇ ਵੀ 10-12 ਹਜ਼ਾਰ ਰੁਪਏ ਦੀ ਛੋਟੀ ਤੋਂ ਛੋਟੀ ਇਹਦੀ ਰਿਪੋਰਟ ਹੈ। ਤੁਸੀਂ ਅੰਦਾਜ਼ਾ ਲਾ ਲਓ ਇਹ ਵਿਚਾਰੇ ਫਿਰਦੇ ਰਹੇ ਕਾਫੀ ਦਿਨ, ਇਹਨਾਂ ਨੇ ਜਾ ਕੇ ਉਹ ਇਲਤਜਾ ਕੀਤੀ ਆ ਲੇਕਿਨ ਕਿਸੇ ਨੇ ਵੀ ਇਹਨਾਂ ਦੀ ਗੱਲ ਨਹੀਂ ਸੁਣੀ। ਉੱਥੋਂ ਇਹਨਾਂ ਨੂੰ ਧਤਕਾਰ ਕੇ ਕੱਢ ਦਿੱਤਾ ਗਿਆ। ਇਹ ਕਿਸੇ ਹੌਸਪੀਟਲ ਦੇ ਵਿੱਚ ਦਾਖਲ ਰਹੇ ਆ। ਚੰਦ ਦਿਨਾਂ ਤੋਂ ਬਾਅਦ ਜਿਹੜੀ ਹੈਗੀ ਇਹਨਾਂ ਦੀ ਬੱਚੀ ਉਹ ਅੱਲਾ ਨੂੰ ਪਿਆਰੀ ਹੋ ਗਈ ਹੈ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਅਸੀਂ ਲੋਕ ਇਹ ਟੈਕਸ ਪੇ ਨਹੀਂ ਕਰਦੇ ਜਾਂ ਸਾਡੇ ਵਿੱਚ ਕੋਈ ਕਿਹੜੀ ਕਮੀ ਹੈ ਜਿਹਦੀ ਵਜ੍ਹਾ ਦੇ ਨਾਲ ਸਾਡੇ ਉੱਤੇ ਸਾਡਾ ਜਿਹੜਾ ਹੀ ਟੈਕਸਿਸ ਦਾ ਨਾਲ ਇਕੱਠਾ ਕੀਤਾ ਗਿਆ ਰੁਪਈਆ ਵਾ ਉਹ ਸਾਡੇ ਉੱਤੇ ਕਿਉਂ ਨਹੀਂ ਖਰਚ ਕੀਤਾ ਜਾਂਦਾ। ਤਕਰੀਬਨ 150 ਰੁਪਏ ਦੀ ਅਗਰ ਟਿੱਕੀ ਸਾਬਣ ਦੀ ਮਿਲਦੀ ਆ ਤੇ ਉਹਦੇ ਵਿੱਚ ਤਕਰੀਬਨ 40 ਤੋਂ 45 ਰੁਪਏ ਜਿਹੜਾ ਹੈਗਾ ਉਹ ਅਸੀਂ ਟੈਕਸ ਪੇ ਕਰ ਰਹੇ ਹਾਂ। ਕਰਿਆਨੇ ਦੀ ਤਕਰੀਬਨ 1000 ਤੋਂ ਉੱਤੇ ਆਈਟਮ ਆ, ਉਸ ਆਈਟਮਾਂ ਦੇ ਉੱਤੇ ਅਸੀਂ ਜਾਰੀ ਕਰਦੇ ਹਾਂ। ਉਹਦੇ ਉੱਤੇ ਅਸੀਂ ਸਾਰੀਆਂ ਦੇ ਉੱਤੇ ਯਾਨੀ ਕਿ ਅਗਰ 100 ਰੁਪਏ ਵਾਲੀ ਚੀਜ਼ ਆ ਉਹਦੇ ਵਿੱਚ 30-40 ਰੁਪਏ ਜਿਹੜਾ ਹੈਗਾ ਗੌਰਮੈਂਟ ਦਾ ਅਸੀਂ ਟੈਕਸ ਪੇ ਕਰਦੇ ਹਾਂ। ਬਿਜਲੀ ਦੇ ਉੱਤੇ ਅਸੀਂ ਟੈਕਸ ਪੇ ਕਰ ਰਹੇ ਹਾਂ। ਟੂਲ ਪਲਾਜ਼ਿਆਂ ਤੇ ਅਸੀਂ ਟੈਕਸ ਪੇ ਕਰ ਰਹੇ ਹਾਂ। ਬਿਲਡਿੰਗ ਮਟੀਰੀਅਲ ਤੇ ਅਸੀਂ ਟੈਕਸ ਪੇ कर रहे हैं। मेडिसन ते असी टैक्स पे कर रहे हैं। इस तो अलावा जरूरियात जिंदगी की जितनियां भी चीज़ां हैगियां पेट्रोल तो लैके बिजली तक असी इतना टैक्स पे कर रहे हैं लेकिन वो साडी गरीब आवाम दे उत्ते विचारियां दे उत्ते लग नहीं रहा। साडी गरीब आवाम जिहड़ी हैगी आ विचारी अगर इलाज ना करा सके, ਉਹਦੇ ਕੋਲ ਨਾ ਪੈਸੇ ਹੋਣ ਤੇ ਉਹ ਆਪਣੇ ਮਰੀਜ਼ ਨੂੰ ਘਰੇ ਲੈ ਕੇ ਆ ਜਾਂਦੇ ਆ। ਘਰੇ ਲਿਆ ਕੇ ਅੱਲਾ ਦੀ ਰਜ਼ਾ ਸਮਝ ਕੇ ਉਹਨੂੰ ਅੱਲਾ ਦਾ ਹੁਕਮ ਸਮਝ ਕੇ ਇਹ ਕਹਿੰਦੇ ਆ ਕਿ ਸ਼ਾਇਦ ਇਹਦੀ ਨਹੀਂ ਜ਼ਿੰਦਗੀ ਸੀ ਤੇ ਇਸ ਕਰਕੇ ਇਹ ਜਿਹੜਾ ਹੈਗਾ ਇਸ ਦੁਨੀਆ ਤੋਂ ਰੁਖਸਤ ਹੋ ਗਿਆ। ਲੇਕਿਨ ਫਿਰ ਉਹਨਾਂ ਦੇ ਬਾਰੇ ਤੁਹਾਡਾ ਕੀ ਖਿਆਲ ਆ? ਸਾਡੇ ਮਹੱਲੇਦਾਰ ਸੀ ਇੱਕ ਬੰਦੇ ਦਾ, ਉੱਥੇ ਬਾਹਰਲੇ ਮੁਲਕ ਐਕਸੀਡੈਂਟ ਹੋ ਗਿਆ। ਐਕਸੀਡੈਂਟ ਹੋਣੇ ਤੋਂ ਬਾਅਦ ਪਿਛਲੇ ਨੂੰ ਤਾਂ ਪਤਾ ਹੀ ਨਹੀਂ ਵੀ ਉਹਦੇ ਨਾਲ ਕੀ ਮਾਮਲਾਤ ਹੋਏ, ਇਕੱਲਾ ਹੀ ਗਿਆ ਹੋਇਆ ਸੀ। 1.5 ਸਾਲ ਤੋਂ ਬਾਅਦ ਉਹਨੂੰ ਕਿਤੇ ਜਾ ਕੇ ਹੋਸ਼ ਆਇਆ। ਉਸ ਤੋਂ ਬਾਅਦ ਇਹ ਗੱਲਾਂ ਦੱਸਦਾ ਵਾ ਕਿ ਇਹ ਮੇਰੇ ਨਾਲ ਮਾਮਲਾਤ ਹੋਏ। ਲੇਕਿਨ 1.5 ਸਾਲ ਦੇ ਵਿੱਚ ਉਹਦੇ ਉੱਤੇ ਅਰਬਾਂ ਰੁਪਏ ਉਹਦੇ ਤੇ ਖਰਚ ਕੀਤੇ ਗਏ। ਉਹਨੂੰ ਸਾਰੇ ਜਿਹੜੇ ਹੈਗੇ ਗੌਰਮੈਂਟ ਨੇ ਆਪਣੀ ਤਰਫੋਂ ਪੇ ਕੀਤੇ। ਉਸ ਤੋਂ ਬਾਅਦ ਜਦੋਂ ਤੰਦਰੁਸਤ ਹੋ ਗਿਆ 1.5 ਸਾਲ ਤੋਂ ਬਾਅਦ ਉਹਨੇ ਆਪਣੇ ਪਿਛਲਿਆਂ ਨਾਲ ਕੰਟੈਕਟ ਕੀਤਾ। ਕੰਟੈਕਟ ਕਰਨੇ ਤੋਂ ਬਾਅਦ ਉਹਨੇ ਕਿਹਾ ਵੀ ਮੈਂ ਵਾਪਸ ਜਾਣਾ ਚਾਹੁੰਦਾ। ਉੱਥੋਂ ਦੀ ਗੌਰਮੈਂਟ ਨੇ ਉਹਨਾਂ ਨੂੰ ਰੋਕਿਆ ਵੀ ਤੁਸੀਂ ਉੱਥੇ ਪਾਕਿਸਤਾਨ ਦੇ ਵਿੱਚ ਇਤਨਾ ਮੈਡੀਸਨ ਦਾ ਖਰਚਾ ਅਫੋਰਡ ਨਹੀਂ ਕਰ ਸਕਦੇ, ਵਗਰਨਾ ਤੁਸੀਂ ਉੱਥੇ ਜਾ ਕੇ ਮਰ ਜਾਓਗੇ। ਤੇ ਉਹਨੇ ਜ਼ਿੱਦ ਲਗਾਈ ਰੱਖੀ ਵੀ ਨਹੀਂ, ਮੈਂ ਆਪਣੇ ਵਤਨ ਪਾਕਿਸਤਾਨ ਜਾਣਾ ਚਾਹੁੰਦਾ। ਮੈਂ ਇਤਨੇ ਬੜੇ ਹਾਦਸੇ ਦੇ ਵਿੱਚੋਂ ਬਾਹਰ ਨਿਕਲਿਆ, ਮੈਂ ਇਸ ਕਰਕੇ ਹੁਣ ਮੈਂ ਆਪਣੇ ਪਾਕਿਸਤਾਨ ਆਪਣੇ ਪਿਆਰਿਆਂ ਦੇ ਵਿੱਚ ਜਾਣਾ ਚਾਹੁੰਦਾ ਤੇ ਮੈਨੂੰ ਤੁਸੀਂ ਵਾਪਸ ਭੇਜੋ। ਜਿਸ ਤਰ੍ਹਾਂ ਵੀ ਕਰਕੇ ਗੌਰਮੈਂਟ ਨੇ ਆਪਣੇ ਕੋਲੋਂ ਉਹਦਾ ਖਰਚਾ ਕੀਤਾ। ਖਰਚਾ ਕਰਕੇ ਉਹਦਾ ਪਾਕਿਸਤਾਨ ਦਾ ਟਿਕਟ ਲਗਵਾਇਆ। ਇੱਥੇ ਟਿਕਟ ਲਗਾਉਣ ਤੋਂ ਬਾਅਦ ਉਹਨਾਂ ਨੇ ਤਕਰੀਬਨ 3 ਤੋਂ 4 ਮਹੀਨਿਆਂ ਦੀ ਉਹਨੂੰ ਦਵਾਈ ਵੀ ਦਿੱਤੀ ਕਿ ਤਾਂ ਜਾ ਕੇ ਤੁਸੀਂ ਉੱਥੇ ਇਸਤੇਮਾਲ ਕਰਦੇ ਰਹੀਓ। ਤੇ ਬਾਕਾਇਦਗੀ ਦੇ ਨਾਲ ਉਹਨਾਂ ਜਿਹੜੀ ਤਾਕੀਦ ਸੀ ਉਹਨਾਂ ਨੇ ਕਰਕੇ ਭੇਜਿਆ। 3-4 ਮਹੀਨੇ ਤੱਕ ਤਕਰੀਬਨ ਉਹ ਦਵਾਈ ਖਾਂਦਾ ਰਿਹਾ ਤੇ ਬਿਲਕੁਲ ਠੀਕ ਰਿਹਾ। ਅਸੀਂ ਆਪ ਖੁਦ ਵੇਖਿਆ, ਮਾਸ਼ਾਅੱਲਾ ਨਮਾਜ਼ ਪੜ੍ਹਨ ਜਾਂਦਾ ਹੁੰਦਾ ਸੀ, ਮਾਸ਼ਾਅੱਲਾ ਬਿਲਕੁਲ ਫਿੱਟ ਸੀ। ਲੇਕਿਨ ਜਿਸ ਤਰ੍ਹਾਂ ਦਵਾਈ ਖਾਣ ਕੇ ਉਸ ਤੋਂ ਬਾਅਦ ਉਹਦੀ ਮੁੱਦਤ ਖਤਮ ਹੋ ਗਈ, ਦਵਾਈ ਖਤਮ ਹੋ ਗਈ। ਉਹ ਇੱਥੇ ਦਵਾਈ ਨਹੀਂ, ਮਤਲਬ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਇੱਥੇ ਆਪਣੇ ਮੈਡੀਸਨ ਜ਼ਾਹਰ ਜੀ ਬਾਦ ਆ ਬਹੁਤ ਜ਼ਿਆਦਾ ਮਹਿੰਗੀ ਆ, ਲੈਂਦਾ ਸੀ ਨਾਰਮਲ ਜੀ ਕੋਈ ਮੈਡੀਸਨ ਲੈ ਲੈਂਦਾ ਸੀ। ਯਾਨੀ ਉੱਥੋਂ ਆਉਣੇ ਤੋਂ 1 ਸਾਲ ਬਾਅਦ ਉਹ ਬੰਦਾ ਜਿਹੜਾ ਹੈਗਾ ਉਹ ਅੱਲਾ ਨੂੰ ਪਿਆਰਾ ਹੋ ਗਿਆ ਸੀ। ਇਸ ਚੀਜ਼ ਨੂੰ ਹੁਣ ਅੱਲਾ ਦਾ ਹੁਕਮ ਕਹੀਏ ਜਾਂ ਪੈਸੇ ਦੀ ਵਜ੍ਹਾ ਦੇ ਨਾਲ ਜ਼ਿੰਦਗੀ ਖਰੀਦਣਾ ਕਹੀਏ ਕਿ ਗਰੀਬਾਂ ਕੋਲੋਂ ਵਿਚਾਰਿਆਂ ਕੋਲ ਇਲਾਜ ਕਰਾਉਣ ਵਾਸਤੇ ਪੈਸੇ ਨਹੀਂ ਹੁੰਦੇ ਤੇ ਅਮੀਰਾਂ ਕੋਲੇ ਹਰ ਚੀਜ਼ ਅਫੋਰਡ ਹੁੰਦੀ ਹੈ। ਅਫੋਰਡ ਹੋਣ ਦੀ ਵਜ੍ਹਾ ਦੇ ਨਾਲ ਅਗਰ ਉਹਨਾਂ ਨੂੰ ਆਪਣਾ ਗੁਰਦਾ ਵੀ ਚੇਂਜ ਕਰਾਉਣਾ ਪੈ ਜਾਵੇ, ਗੁਰਦਾ ਲਗਵਾਉਣਾ ਵੀ ਪੈ ਜਾਵੇ, ਜਿਸ ਤਰ੍ਹਾਂ ਕਿ ਸਾਡੇ ਇੱਕ ਰਿਸ਼ਤੇਦਾਰ ਸੀ, ਉਹਨਾਂ ਨੇ ਕੋਲੇ ਪੈਸੇ ਹੈ ਸੀ, ਉਹਨਾਂ ਨੇ 50 ਲੱਖ ਰੁਪਇਆ ਲਾ ਕੇ ਗੁਰਦਾ ਪਵਾਇਆ ਤੇ ਮਾਸ਼ਾਅੱਲਾ ਉਹਨਾਂ ਦਾ ਮਰੀਜ਼ ਹੁਣ ਬਿਲਕੁਲ ਫਿੱਟ ਜਾ ਰਿਹਾ ਹੈ। ਲੇਕਿਨ ਇਸ ਤਰ੍ਹਾਂ ਦੇ ਮਸਲੇ ਜੇ ਅਗਰ ਕਿਸੇ ਗਰੀਬ ਦੇ ਨਾਲ ਹੋ ਜਾਂਦੇ ਆ, ਉਹ ਵਿਚਾਰੇ ਮਰੀਜ਼ ਨੂੰ ਘਰੇ ਪਾ ਕੇ ਮਾਰ ਲੈਂਦੇ ਆ। ਇਸ ਵਜ੍ਹਾ ਦੇ ਨਾਲ ਇਹ ਅੱਲਾ ਦਾ ਹੁਕਮ ਹੋ ਗਿਆ ਜੀ, ਸਾਡਾ ਜਿਹੜਾ ਬੰਦਾ ਹੈਗਾ ਉਹ ਨਹੀਂ ਬਚ ਸਕਦਾ। ਵਜ੍ਹਾ ਸਿਰਫ ਇੰਨੀ ਹੁੰਦੀ ਹੈ ਕਿ ਸਾਡੀ ਜੇ ਕੋਲੇ ਇਲਾਜ ਕਰਾਉਣ ਦੇ ਪੈਸੇ ਨਹੀਂ ਹੁੰਦੇ ਤੇ ਗੌਰਮੈਂਟ ਸਾਡੀ ਜਿਹੜੀ ਹੈਗੀ ਆ ਸਾਡੇ ਅੱਗੇ ਪਹਿਲਾਂ ਗੜਾਸੇ ਲੈ ਕੇ ਬੈਠੀ ਹੁੰਦੀ। ਤੁਸੀਂ ਆਓ ਸਹੀ, ਤੁਹਾਨੂੰ ਅਸੀਂ ਦੱਸਾਂਗੇ ਤੁਹਾਡੀ ਚਾਮਲ ਲਾਉਣੀ ਕਿਸ ਤਰ੍ਹਾਂ ਵਾ। ਉਹਨਾਂ ਨੂੰ ਗਰੀਬ ਦੇ ਨਾਲ ਅਮੀਰ ਦੇ ਨਾਲ ਉਹਨਾਂ ਨੂੰ ਕੋਈ ਗਰਦ ਨਹੀਂ ਹੈ। ਡਾਕਟਰ ਕਸਾਈ ਬਣ ਕੇ ਸਾਹਮਣੇ ਸਾਡੇ ਪੇਸ਼ ਹੁੰਦੇ ਆ। ਅਗਰ ਅਸੀਂ ਕਿਸੇ ਵੀ ਹਸਪਤਾਲ ਦੇ ਵਿੱਚ ਜਾਂਦੇ ਹਾਂ, ਉੱਥੇ ਜਾ ਕੇ ਸਾਡੇ ਕੋਲ ਪਹਿਲਾਂ ਪੈਸੇ ਮੰਗੇ ਜਾਂਦੇ ਆ, ਉਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਇਲਾਜ ਦੇ ਬਾਰੇ ਸੋਚਿਆ ਜਾਂਦਾ। ਮੈਂ ਇਸ ਗੌਰਮੈਂਟ ਦੇ ਕੋਲੇ ਇੱਕ ਅਪੀਲ ਕਰਦਾ ਕਿ ਕੋਈ ਐਸਾ ਇਕਦਾਮ ਜਾਂ ਕੋਈ ਐਸੀ ਹਿਕਮਤ ਅਮਲੀ ਇਖਤਿਆਰ ਕੀਤੀ ਜਾਵੇ ਕਿ ਜਿਹਦੀ ਜ਼ਰੀਏ ਦੇ ਨਾਲ ਇਹ ਗਰੀਬ ਆਵਾਮ ਜਿਹੜੇ ਵਿਚਾਰੇ ਪੈਨਾਡਾਲ ਦੀ ਗੋਲੀ ਵੀ ਨਹੀਂ ਲੈ ਸਕਦੇ, ਜਿਹੜਾ ਆਪਣਾ ਇਲਾਜ ਕਰਾਉਣ ਦੀ ਹੈਸੀਅਤ ਨਹੀਂ ਰੱਖਦੇ, ਉਹਨਾਂ ਦਾ ਇਲਾਜ ਫ੍ਰੀ ਕੀਤਾ ਜਾਵੇ।